पंकज बंदन पाद पंकज सिमरो अंगद दुख निकंदन। गुरु अमरदास हृदय नित तिहाऊं, हृदय नित तिहाऊं। श्री गुरु रामदास गुण गाऊं। गुरु अर्जन बिघनन के नाशक, बिघनन के नाशक। हर गोबिंद शुभ मत प्रकाशक। श्री हर राय नमो कर जोरी, नमो कर जो। श्री हर कृष्ण मनाओ बहोरी। तेग बहादुर परम कृपाला जी परम। श्री गुरु गोबिंद सिंह विसाला। तारो तरा पर पुन पुन सीसा जी पुन पुन। बंदा बार बार जगदीसा। जा मह अमृत ज्ञान है मानक भगत बैराग। गुरु ग्रंथ साहिब युद्धद बंदों कर अनुराग। कहाँ बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप लिहो तुम कथा सुधारी। हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जियो। दोहरा निता प्रत श्री सतगुरु एह बिद करत उचार। सुनत उचारत सिख को भव जल कर है पार। वाहिगुरु जी का खालसा, वाहिगुरु जी की फतेह। परम सत्कार योग गुरु रूप गुरु खालसा साध संगत जीओ। ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਮਹਾਰਾਜ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ। ਹੁਣੇ ਹੁਣੇ ਆਪ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ। ਮਹਾਰਾਜ ਸਾਹਿਬ ਜੀ ਦੀ ਮਿਹਰਾਮਤ ਵਰਤ ਰਹੀ ਸੀ। ਕੋਈ ਸ਼ੱਕ ਨਹੀਂ ਹੈ ਗੁਰੂ ਰਾਮਦਾਸ ਦੇ ਕੀਰਤਨੀਆਂ ਤੇ ਗੁਰੂ ਰਾਮਦਾਸ ਦੀ ਅਥਾਹ ਕਿਰਪਾ ਹੁੰਦੀ ਹੈ। ਭਾਗਾਂ ਵਾਲੇ ਹੁੰਦੇ ਨੇ ਉਹ ਗੁਰਮੁਖ ਜਿਨ੍ਹਾਂ ਨੂੰ ਗੁਰੂ ਰਾਮਦਾਸ ਦੇ ਦਰ ਤੇ ਗੁਰਬਾਣੀ ਗਾਇਨ ਕਰਨ ਦਾ ਸਮਾਂ ਮਿਲਦਾ ਹੈ। ਤੇ ਭਾਗਾਂ ਵਾਲੇ ਆ ਆਪਾਂ ਜਿਨ੍ਹਾਂ ਨੂੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੇ ਕੀਰਤਨੀਆਂ ਪਾਸੋਂ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਆਪਾਂ ਸਾਰੇ ਹੀ ਭਾਗਾਂ ਵਾਲੇ ਹਾਂ। ਮਹਾਰਾਜ ਜੀ ਦੀ ਮਿਹਰ ਹੋਈ ਹੈ 10 ਤਰੀਕ ਤੱਕ ਇਸ ਸਥਾਨ ਤੇ ਕਥਾ ਦੀ ਹਾਜ਼ਰੀ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਨ
ਆਪਾਂ 10 ਦਿਨ 10 ਤਰੀਕ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਉਹਨਾਂ ਦਾ ਜੀਵਨ, ਉਹਨਾਂ ਦੇ ਜੀਵਨ ਦੇ ਕੌਤਕ ਮਹਾਰਾਜ ਜੀ ਦੀ ਮਿਹਰਾਮਤ ਸਦਕਾ ਸ਼ਰਵਣ ਕਰਾਂਗੇ। ਅੱਜ ਤੋਂ ਕਥਾ ਪ੍ਰਾਰੰਭ ਹੋਏਗੀ। ਕੱਲ ਦਿਨੇ ਤੇ ਸ਼ਾਮ ਨੂੰ ਲਗਾਤਾਰ ਇਸੇ ਤਰ੍ਹਾਂ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਜੋ ਸਤਿਗੁਰਾਂ ਦੀ ਮਹਿਮਾ ਦਾ ਵਰਣਨ ਹੈ, ਉਹ ਸਾਰੇ ਪ੍ਰਸੰਗ ਮਹਾਰਾਜ ਜੀ ਦੀ ਕਿਰਪਾ ਨਾਲ ਆਪਾਂ ਸ਼ਰਵਣ ਕਰਨੇ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਜੋਤੀ ਜੋਤ ਸਮਾਏ ਹੈ, ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਦਾਤ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਖਸ਼ ਦਿੱਤੀ ਹੈ। ਕਿਸੇ ਕਵੀ ਨੇ ਕਿਹਾ, ਲੈਣੇ ਸੇ ਅੰਗਦ ਕੀਆ और अंगद से अल्लाह कर दिया। आखो सतनाम श्री वाहिगुरु। कि महाराज जी ने भाई लहणे तो, गुरु अंगद देव जी का पहला नाम भाई लहणा सी। भाई लहणे तो अपने गल नाल ला के, आप दे अंग नाल ला के अंगद बनाया, ते अंगद तो ਨਿਰੰਕਾਰੀ ਗੱਦੀ ਤੇ ਬਿਠਾ ਕੇ ਗੁਰਤਾ ਗੱਦੀ ਦੀ ਦਾਤ ਕਰਕੇ ਰੱਬ ਦਾ ਰੂਪ ਬਣਾ ਦਿੱਤਾ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ। ਉਸ ਤੋਂ ਬਾਅਦ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਬਿਰਾਜਮਾਨ ਹੁੰਦੇ ਆ। ਬਾਅਦ ਚ ਸਿੱਖ ਆ ਕੇ ਮਹਾਰਾਜ ਜੀ ਦੀ ਸ਼ਰਨ ਚ ਪੈਂਦੇ ਐ, ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਆਪਣੇ ਦਰਬਾਰ ਦੀ ਸਿੱਖਾਂ ਦਾ ਪਾਰ ਉਤਾਰਾ ਕਰਨ ਲਈ ਪ੍ਰਕਿਰਿਆ ਸ਼ੁਰੂ ਕਰਦੇ ਐ। ਮਹਾਰਾਜ ਜੀ ਦੀ ਨਿਤ ਕਿਰਿਆ ਕੀ ਹੈ, ਅੱਜ ਇੱਥੋਂ ਪ੍ਰਸੰਗ ਆਪਾਂ ਸ਼ਰਵਣ ਕਰਾਂਗੇ ਕਿ ਮਹਾਰਾਜ ਜੀ ਦੇ ਦਰਬਾਰ ਦੀ ਨਿਤ ਕਿਰਿਆ ਕੀ ਹੁੰਦੀ ਸੀ। ਉਸ ਤੋਂ ਬਾਅਦ ਮਹਾਰਾਜ ਜੀ ਸਿੱਖਾਂ ਨੂੰ ਉਪਦੇਸ਼ ਕਰਨਗੇ। ਉਹ ਸਾਰੇ ਪ੍ਰਸੰਗ ਆਪਾਂ ਇੱਕ ਹਫ਼ਤੇ 'ਚ ਸ਼ਰਵਣ ਕਰਾਂਗੇ। ਆਓ ਅੱਜ ਦੇ ਪ੍ਰਸੰਗ ਅੰਦਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੀ ਨਿਤ ਕਿਰਿਆ ਤੇ ਕੁਝ ਸਿੱਧ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਉਂਦੇ ਆ, ਉਹ ਵਾਰਤਾਲਾਪ ਸ਼ਰਵਣ ਕਰਦੇ ਹਾਂ। ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਤ ਪ੍ਰਤ ਸ੍ਰੀ ਸਤਿਗੁਰੂ ਇਹ ਬਿਦ ਕਰਤ ਉਚਾਰ। ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਹਰ ਰੋਜ਼ ਗੁਰਸਿੱਖਾਂ ਦੇ ਨਾਲ ਜਦੋਂ ਦਰਬਾਰ ਸਜਾ ਕੇ ਬੈਠਦੇ ਐ, ਮਹਾਰਾਜ ਜੀ ਇਸ ਤਰ੍ਹਾਂ ਬਚਨ ਕਰਦੇ ਹਨ। ਸੁਨਤ ਉਚਾਰਤ ਸਿੱਖ ਕੋ ਭਉ ਜਲ ਕਰ ਹੈ ਪਾਰ। ਬਚਨ ਮਹਾਰਾਜ ਜੀ ਕਰਦੇ ਆ, ਕਹਿੰਦੇ ਭਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਕਿ ਆਪ ਨਿਰੰਕਾਰ ਸਰੂਪ ਹੋਏ ਐ, ਜਿਹੜੇ ਜਿਹੜੇ ਸਿੱਖ ਮਹਾਰਾਜ ਜੀ ਦਾ ਜਸ ਸੁਣਦੇ ਨੇ, ਮਹਾਰਾਜ ਜੀ ਦਾ ਜਸ ਗਾਉਂਦੇ ਨੇ, ਮਹਾਰਾਜ ਜੀ ਦੇ ਜਸ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਨੇ, ਗੁਰੂ ਨਾਨਕ ਦੀ ਮਹਿਮਾ, ਗੁਰੂ ਨਾਨਕ ਦਾ ਜਸ ਉਹਨਾਂ ਸਿੱਖਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਚੌਪਈ ਜਾਮ ਜਾਮਨੀ ਜਾਗਰਣ ਹੋਏ ਸਹਿਜਾ ਤਜਹਿ ਸੈਨ ਕੀ ਜੋਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਉੱਠਦੇ ਐ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਹੁਣ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਦੀ ਦਰਬਾਰ ਦੀ ਜਿਹੜੀ ਕਿਰਿਆ ਹੈ ਉਹ ਕਵੀ ਜੀ ਦੱਸਣਗੇ। ਅੰਮ੍ਰਿਤ ਵੇਲੇ ਮਹਾਰਾਜ ਜੀ ਆਪਣੀ ਸੇਜਾ ਦਾ, ਆਪਣੇ ਆਸਣ ਦਾ ਤਿਆਗ ਕਰ ਦਿੰਦੇ ਐ, ਉੱਠ ਜਾਂਦੇ ਆਪਣੇ ਆਸਣ ਤੋਂ
ਕਰਹਿ ਸੋਚ ਪੁਨ ਧੋਵਹਿ ਪਾਵਨ, ਪਾਵਨ ਹੋਣ ਕਰਹਿ ਰਦ ਧਾਵਨ। ਮਹਾਰਾਜ ਜੀ ਆਪਣੇ ਸਰੀਰ ਦੀ ਕਿਰਿਆ ਕਰਦੇ ਆ, ਉਪਰੰਤ ਆਪਣੇ ਹੱਥ ਸੁੱਚੇ ਕਰਦੇ ਆ, ਚਿਹਰਾ ਧੋਂਦੇ ਆ, ਉਸ ਤੋਂ ਬਾਅਦ ਦਾਤਣ ਕਰਦੇ ਹਨ। ਬਹੁਰ ਬਦਨ ਅਰ ਬਿੰਦ ਪਖਾਨੈ, ਸੀਤਲ ਨੀਰ ਇਸ਼ਨਾਨ ਸੁਧਾਰੈ। ਮਹਾਰਾਜ ਜੀ ਠੰਡੇ ਜਲ ਦੇ ਨਾਲ ਆਪਣੇ ਚਰਨ ਧੋਂਦੇ ਆ, ਮੁਖੜਾ ਧੋਂਦੇ ਆ ਤੇ ਇਸ਼ਨਾਨ ਕਰਦੇ ਆ ਅੰਮ੍ਰਿਤ ਵੇਲੇ। ਨਿਜ ਆਨੰਦ ਮੈਂ ਨਿਸ਼ਚਲ ਹੋਏ, ਲਗ ਸਮਾਦ ਨਿਰਵਿਕਲਪ ਜੋਏ। ਕਹਿੰਦੇ ਮਹਾਰਾਜ ਸਾਹਿਬ ਜੀ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਆਸਣ ਦੇ ਉੱਤੇ ਬਹਿੰਦੇ ਐ, ਆਸਣ ਤੇ ਬਹਿ ਕੇ ਅੱਖਾਂ ਬੰਦ ਕਰ ਲੈਂਦੇ ਐ। ਕਵੀ ਜੀ ਕਹਿੰਦੇ ਨਿਜ ਆਨੰਦ ਮਹਿ ਸਥਿਤ ਹੋਏ, ਆਪਣੇ ਸਰੂਪ ਦੇ ਆਨੰਦ ਵਿੱਚ ਮਹਾਰਾਜ ਜੀ ਟਿਕ ਜਾਂਦੇ ਐ। ਤੇ ਜਦੋਂ ਮਹਾਰਾਜ ਟਿਕਦੇ ਆ, ਕਹਿੰਦੇ ਨਿਰਵਿਕਲਪ ਸਮਾਧੀ ਲੱਗ ਜਾਂਦੀ ਹੈ ਮਹਾਰਾਜ ਜੀ ਦੀ। ਨਿਰਵਿਕਲਪ ਸਮਾਧੀ ਤੋਂ ਭਾਵ ਹੈ ਮੋਟਾ ਜਿਹਾ ਵੀ ਜਦੋਂ ਮਹਾਰਾਜ ਜੀ ਬੈਠਦੇ ਆ, ਜਿਵੇਂ ਅਸੀਂ ਬੈਠਦੇ ਹਾਂ, ਸਾਡੇ ਅੰਦਰ ਕੋਈ ਨਾ ਕੋਈ ਸੰਕਲਪ, ਕੋਈ ਨਾ ਕੋਈ ਫੁਰਨਾ, ਕੋਈ ਨਾ ਕੋਈ ਖਿਆਲ ਫੁਰਦਾ ਰਹਿੰਦਾ ਅੰਦਰ ਸਾਡੇ। ਪਰ ਜਦੋਂ ਮਹਾਰਾਜ ਜੀ ਬਹਿੰਦੇ ਆ, ਮਹਾਰਾਜ ਜੀ ਦੇ ਅੰਦਰ ਕੋਈ ਖਿਆਲ, ਕੋਈ ਫੁਰਨਾ, ਕੋਈ ਸੰਕਲਪ, ਕੋਈ ਬਿਰਤੀ ਮਨ ਦੇ ਅੰਦਰ ਸੰਪੂਰਨ ਨਹੀਂ ਹੁੰਦੀ। ਭਾਵ ਇਦਾਂ ਟਿਕ ਜਾਂਦੇ ਨੇ ਮਹਾਰਾਜ ਜੀ, ਪਤਾ ਹੀ ਨਹੀਂ ਚੱਲਦਾ ਵੀ ਕਿੰਨਾ ਸਮਾਂ ਹੋ ਗਿਆ ਬੈਠਿਆਂ ਨੂੰ। ਪਈ ਪ੍ਰਾਤ ਸੂਰਜ ਜਬ ਨਿਕਸਹਿ, ਕਮਲ ਬਿਲੋਚਨ ਸੁੰਦਰ ਬਿਕਸਹਿ। ਮਹਾਰਾਜ ਸਾਹਿਬ ਜੀ ਜਦੋਂ ਦਿਨ ਚੜ ਜਾਂਦਾ, ਸੂਰਜ ਨਿਕਲੇ ਆਉਂਦਾ, ਫੇਰ ਮਹਾਰਾਜ ਜੀ ਆਪਣੀਆਂ ਅੱਖਾਂ ਖੋਲਦੇ ਨੇ। ਆਪਣੇ ਆਤਮ ਸਰੂਪ ਦੇ ਵਿੱਚ ਟਿਕੇ ਹੋਣ ਤੋਂ ਬਾਅਦ ਸੰਸਾਰ ਵੱਲ ਨੂੰ ਮਹਾਰਾਜ ਜੀ ਧਿਆਨ ਕਰਦੇ ਆ। ਸਾਧ ਸੰਗਤ ਜੀ, ਮਹਾਰਾਜ ਜੀ ਦੀ ਬਾਣੀ ਦਾ ਵੀ ਬਚਨ ਹੈ, ਸਾਵਧਾਨ ਇਕਾਗਰ ਚੀਤ। ਇਕਾਗਰ ਚਿੱਤ ਹੋਣਾ। ਇਕਾਗਰ ਚਿੱਤ ਹੋਣ ਤੋਂ ਭਾਵ ਕੀ ਹੈ? ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਫੁਰਨਾ, ਖਿਆਲ, ਸੰਕਲਪ, ਵਿਕਲਪ ਪੈਦਾ ਨਾ ਹੋਣਾ। ਅੱਖਾਂ ਬੰਦ ਕਰ ਲਈਆਂ ਨੇ। ਅੱਖਾਂ ਬੰਦ ਕਰਨ ਤੋਂ ਬਾਅਦ ਅੰਦਰ ਬਿਲਕੁਲ ਖਾਲੀ ਹੈ, ਕਿਸੇ ਵੀ ਪ੍ਰਕਾਰ ਦਾ ਅੰਦਰ ਖਿਆਲ ਨਹੀਂ ਹੈ, ਕੋਈ ਦੌੜ ਭੱਜ ਨਹੀਂ ਹੈ। ਅਕਸਰ ਸਾਡੇ ਨਾਲ ਹੁੰਦਾ ਕੀ ਹੈ, ਅਸੀਂ ਬਾਣੀ ਪੜ੍ਹਨ ਲੱਗਦੇ ਹਾਂ, ਮਨ ਨੂੰ ਕਾਹਲ ਪੈਣੀ ਸ਼ੁਰੂ ਹੋ ਜਾਂਦੀ ਹੈ। ਬਾਣੀ ਪੜ੍ਹਦੇ ਆਂ ਹੀ ਅਸੀਂ ਨਿਤਨੇਮ ਕਰਨਾ ਸ਼ੁਰੂ ਕਰਦੇ ਹਾਂ, ਮਨ ਉਹ ਕੰਮ ਸਾਡੇ ਅੱਗੇ ਲਿਆ ਕੇ ਖੜੇ ਕਰ ਦਿੰਦਾ ਜਿਹਨੂੰ ਅਸੀਂ ਜਦੋਂ ਫਰੀ ਹੁੰਨੇ ਆ ਸੋਚਦੇ ਵੀ ਰਹੀਏ ਨਾ ਮੈਂ ਕੀ ਕੰਮ ਕਰਨਾ ਸੀ, ਉਹ ਤਾਂ ਵੀ ਯਾਦ ਨਹੀਂ ਆਉਂਦੇ ਉਦੋਂ। ਤੇ ਬਾਣੀ ਪੜ੍ਹਦੇ ਆ ਮਨ ਉਹਨਾਂ ਕੰਮਾਂ ਨੂੰ ਲਿਆ ਕੇ ਅੱਗੇ ਖੜਾ ਕਰ ਦਿੰਦਾ ਵੀ ਇਹ ਕੰਮ ਵੀ ਕਰਨਾ ਸੀ, ਇਹ ਕੰਮ ਵੀ ਕਰਨਾ ਸੀ। ਤੇ ਜਿੰਨਾ ਸਮਾਂ ਬਾਣੀ ਪੜ੍ਹਦੇ ਰਹਿੰਦੇ ਆ, ਅੰਦਰ ਖਿੱਚੋ ਤਾਣ ਬਣੀ ਰਹਿੰਦੀ ਆ ਮਨ ਦੇ ਨਾਲ, ਮਨ ਟਿਕ ਨਹੀਂ ਪਾਉਂਦਾ। ਪਰ ਧੰਨ ਨੇ ਉਹ ਗੁਰਮੁਖ ਜਿਹੜੇ ਅੱਖਾਂ ਬੰਦ ਕਰਦੇ ਆ ਜਾਂ ਉਦਾਂ ਬੈਠੇ ਹੁੰਦੇ ਆ, ਉਹ ਬਾਣੀ ਵੀ ਨਹੀਂ ਪੜ੍ਹਦੇ ਲੇਕਿਨ ਅੰਦਰ ਸੰਕਲਪ ਕੋਈ ਨਹੀਂ ਉੱਠਦਾ, ਅੰਦਰ ਖਿਆਲ ਕੋਈ ਨਹੀਂ ਪੈਦਾ ਹੁੰਦਾ, ਅੰਦਰ ਕਿਸੇ ਵੀ ਪ੍ਰਕਾਰ ਦੀ ਬਾਹਰ ਨੂੰ ਭੱਜਣ ਦੀ ਪ੍ਰਵਿਰਤੀ ਪੈਦਾ ਨਹੀਂ ਹੁੰਦੀ। ਇਹ ਅਵਸਥਾ ਹੁੰਦੀ ਤਾਂ ਥੋੜੀ ਔਖੀ ਹੈ, ਪਰ ਨਾਮ ਜਪਣ ਵਾਲਿਆਂ ਤੇ ਕਿਰਪਾ ਮਹਾਰਾਜ ਜੀ ਦੀ ਹੋ ਜਾਂਦੀ ਹੈ। ਜਿਹੜੇ ਸਾਵਧਾਨ ਰਹਿੰਦੇ ਆ, ਇਕਾਗਰ ਚਿੱਤ ਹੋ ਜਾਂਦੇ ਆ, ਉਹ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਤੇ ਖਿਆਲ ਰੱਖਣਾ ਪੈਂਦਾ ਵੀ ਇਹ ਕਰਦਾ ਕੀ ਹੈ। ਮਨ ਜਦੋਂ ਸੰਕਲਪ ਕਰਦਾ ਹੈ, ਮਨ ਨੂੰ ਉਦੋਂ ਹੀ ਪਕੜ ਲੈਂਦੇ ਹੈ। ਮਨ ਕੋਈ ਫੁਰਨਾ ਕਰਦਾ, ਉਹਨੂੰ ਉੱਥੇ ਹੀ ਰੋਕਦੇ ਹੈ। ਜਪਜੀ ਸਾਹਿਬ ਦਾ ਜਾਪ ਕਰਦਿਆਂ ਮਨ ਨੇ ਫੁਰਨਾ ਕੀਤਾ ਵੀ 15ਵੀਂ ਪੌੜੀ ਤੇ ਜਾਪ ਚੱਲਦਾ ਸੀ ਤੇ 25ਵੀਂ ਪੌੜੀ ਤੇ ਜਾਪ ਚਲਾ ਗਿਆ, ਧਿਆਨ ਨਹੀਂ ਰਿਹਾ।
ਜਿਹੜੇ ਅਭਿਆਸੀ ਹੁੰਦੇ ਆ ਨਾ, ਉਹ ਫਿਰ ਮਨ ਨੂੰ ਮੋੜ ਕੇ 15ਵੀਂ ਪੌੜੀ ਤੇ ਫੇਰ ਲਿਆਉਂਦੇ ਆ ਵੀ ਠੀਕ ਹੈ, ਤੂੰ ਗੈਰ ਹਾਜ਼ਰ ਹੋ ਗਿਆ ਸੀ, ਕਰ ਲਿਆ ਜੋ, ਹੁਣ ਮੈਨੂੰ ਤੇਰੀ ਪਕੜ ਆ ਗਈ ਹੈ, ਚੱਲ ਫੇਰ 15ਵੀਂ ਪੌੜੀ ਤੋਂ। ਇਦਾਂ ਜਦੋਂ ਮਨ ਪਕੜਨਾ, ਮਨ ਨੂੰ ਸਮਝਣਾ ਆ ਜਾਂਦਾ ਹੈ, ਫਿਰ ਹੌਲੀ ਹੌਲੀ ਇਹ ਮਨ ਵੀ ਆਪਣੀਆਂ ਆਦਤਾਂ ਛੱਡ ਦਿੰਦਾ ਹੈ, ਇਹ ਟਿਕਣਾ ਸ਼ੁਰੂ ਕਰ ਦਿੰਦਾ ਹੈ। ਤੇ ਜਦੋਂ ਇਹ ਟਿਕਦਾ ਹੈ ਫਿਰ ਇਹਨੂੰ ਵੀ ਆਰਾਮ ਆਉਂਦਾ ਹੈ, ਫਿਰ ਇਹ ਆਰਾਮ ਭਾਲਣ ਲੱਗ ਪੈਂਦਾ ਹੈ। ਤੇ ਜਦੋਂ ਇਹ ਆਰਾਮ ਭਾਲਦਾ ਫਿਰ ਇਹ ਸਾਵਧਾਨ ਹੋਣ ਲੱਗ ਪੈਂਦਾ ਮਨ ਆਪਣੇ ਆਪ ਹੀ। ਫਿਰ ਇਹਦਾ ਅੰਦਰਲਾ ਸਰੂਪ ਹੈ ਜਿਹੜਾ ਮਨ ਦਾ, ਉਹ ਇਕਾਗਰ ਹੋਣ ਲੱਗ ਪੈਂਦਾ। ਤੇ ਜਦੋਂ ਇਹ ਇਕਾਗਰ ਹੁੰਦਾ, ਟਿਕਦਾ, ਟਿਕਾ ਚ ਆਉਂਦਾ, ਫਿਰ ਕਿਸੇ ਪ੍ਰਕਾਰ ਦਾ ਸੰਕਲਪ ਮਨ ਨਹੀਂ ਕਰਦਾ। ਉਲਟ ਕੇ ਬਾਣੀ ਪੜ੍ਹਦੇ ਸਮੇਂ, ਗੁਰੂ ਸਾਹਿਬ ਦੀ ਹਜ਼ੂਰੀ ਚ ਕੀਰਤਨ ਕਰਦੇ ਸਮੇਂ, ਸੇਵਾ ਕਰਦੇ ਸਮੇਂ ਇਹਨੂੰ ਉਸ ਟਿਕਾ ਚੋਂ ਰਸ ਆਉਣਾ, ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਵਾਰਤਾ ਕਵੀ ਜੀ ਦੱਸਦੇ ਐ, ਕਹਿੰਦੇ ਮਹਾਰਾਜ ਜੀ ਆਪਣੇ ਸਰੂਪ ਚ ਟਿਕੇ ਰਹਿੰਦੇ ਐ, ਤੇ ਜਦੋਂ ਦਿਨ ਚੜ ਜਾਂਦਾ ਫਿਰ ਮਹਾਰਾਜ ਜੀ ਆਪਣੇ ਨੇਤਰ ਖੋਲਦੇ ਹਨ। ਪ੍ਰਥਮ ਦ੍ਰਿਸ਼ਟ ਜਿਸ ਪਰ ਤਬ ਪਰੈ, ਰੋਗੀ ਰੋਗ ਦੁਖੀ ਦੁਖ ਹਰੈ। ਇਤਿਹਾਸ ਗਵਾਹ ਹੈ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਦੇ ਅੱਗੇ ਵੱਡੇ ਵੱਡੇ ਰੋਗੀ, ਵੱਡੇ ਵੱਡੇ ਇੱਥੇ ਤੱਕ ਕਿ ਜਿਨ੍ਹਾਂ ਨੂੰ ਕੋਹੜ ਪੈ ਜਾਂਦਾ ਸੀ, ਉਹਨਾਂ ਸਮਿਆਂ 'ਚ ਕੋਹੜ ਦੀ ਬਿਮਾਰੀ ਬਹੁਤ ਚੱਲਦੀ ਸੀ, ਉਹ ਵੀ ਕਹਿੰਦੇ ਮਹਾਰਾਜ ਜੀ ਦੇ ਦਰਵਾਜ਼ੇ ਅੱਗੇ ਆ ਕੇ ਬਹਿ ਜਾਂਦੇ ਸਨ। ਤੇ ਜਦੋਂ ਮਹਾਰਾਜ ਜੀ ਆਪਣੇ ਨੇਤਰ ਖੋਲਦੇ ਸਨ, ਪਹਿਲੀ ਨਜ਼ਰ ਮਹਾਰਾਜ ਜੀ ਦੀ ਜਿਹਦੇ ਜਿਹਦੇ ਤੇ ਪੈ ਜਾਂਦੀ ਸੀ, ਉਹਦਾ ਉਸੇ ਵੇਲੇ ਹੀ ਰੋਗ ਠੀਕ ਹੋਣਾ ਸ਼ੁਰੂ ਹੋ ਜਾਂਦਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਿਰਪਾ ਦ੍ਰਿਸ਼ਟੀ ਨਾਲ ਹੀ ਨਿਹਾਲ ਕਰਦੇ ਆ ਗੁਰਸਿੱਖੋ। ਜਿਨ੍ਹਾਂ ਦਾ ਕੋਈ ਰੋਗ ਟੁੱਟਦਾ ਹੈ, ਜਿਨ੍ਹਾਂ ਤੇ ਕੋਈ ਕਿਰਪਾ ਹੁੰਦੀ ਹੈ ਨਾ, ਉਹ ਦ੍ਰਿਸ਼ਟੀ ਨਾਲ ਹੀ ਮਹਾਰਾਜ ਜੀ ਦੀ ਨਾਲ ਕਿਰਪਾ ਹੁੰਦੀ ਹੈ। ਤੁਸੀਂ ਦੇਖਿਓ ਬਹੁਤ ਵੀਰ ਗੁਰੂ ਘਰ ਆਉਂਦੇ ਆ ਤੇ ਗੁਰੂ ਘਰ ਆ ਕੇ ਨਮਸਕਾਰ ਕਰਦੇ ਆ, ਸੇਵਾ ਕਰਦੇ ਆ, ਪਰ ਇੱਕ ਦਿਨ ਆਉਂਦਾ ਵੀ ਉਹਨਾਂ ਦੇ ਮਨ 'ਚ ਖਿਆਲ ਪੈਦਾ ਹੋ ਜਾਂਦਾ ਵੀ ਮੈਂ ਗੁਰਸਿੱਖ ਬਣ ਜਾਵਾਂ, ਮੈਂ ਅੰਮ੍ਰਿਤ ਛਕ ਲਿਆ, ਮੈਂ ਗੁਰੂ ਵਾਲਾ ਬਣ ਜਾਵਾਂ। ਉਹ ਪਹਿਲਾਂ ਵੀ ਤਾਂ 2 ਸਾਲ ਤੋਂ 4 ਸਾਲ ਤੋਂ ਦਰਬਾਰ 'ਚ ਆ ਹੀ ਰਿਹਾ ਸੀ, ਪਹਿਲਾਂ ਉਹ ਖਿਆਲ ਕਿਉਂ ਨਹੀਂ ਆਉਂਦਾ? ਪਹਿਲਾਂ ਖਿਆਲ ਇਸ ਕਰਕੇ ਨਹੀਂ ਆਉਂਦਾ, ਸਾਡੀ ਨਜ਼ਰ ਤਾਂ ਪੈਂਦੀ ਹੈ ਗੁਰੂ ਤੇ, ਲੇਕਿਨ ਗੁਰੂ ਦੀ ਨਜ਼ਰ ਸਾਡੇ ਤੇ ਕਿਰਪਾ ਵਾਲੀ ਨਹੀਂ ਸੀ ਪਈ। ਤੇ ਜਿੱਦਣ ਮਹਾਰਾਜ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ, ਕਿਰਪਾ ਦ੍ਰਿਸ਼ਟੀ ਦੇ ਨਾਲ ਮਹਾਰਾਜ ਜੀ ਤੱਕ ਲੈਂਦੇ ਆ, ਫਿਰ ਆਪਣੇ ਸੇਵਕ ਦਾ ਜਿਹੜਾ ਜੰਮਣ ਮਰਨ ਦਾ ਦੁੱਖ ਹੈ ਉਹ ਦੂਰ ਕਰ ਦਿੰਦੇ ਆ ਤੇ ਸਿੱਖੀ ਦੀ ਦਾਤ ਬਖਸ਼ ਦਿੰਦੇ ਆ। ਮਹਾਰਾਜ ਜੀ ਦੀ ਮਿਹਰ ਕਿਹਦੇ ਤੇ ਹੋ ਜਾਣੀ ਹੈ, ਕਦੋਂ ਹੋ ਜਾਣੀ ਹੈ, ਕੋਈ ਪਤਾ ਨਹੀਂ ਹੈ। ਨਾਲੇ ਉਹਨੇ ਕਿਸੇ ਤੋਂ ਸਲਾਹ ਥੋੜੋ ਲੈਣੀ ਹੈ ਵੀ ਮੈਂ ਇਹਨੂੰ ਸਿੱਖ ਬਣਾਵਾਂ ਜਾਂ ਨਾ ਬਣਾਵਾਂ, ਇਹਦੇ ਤੇ ਕਿਰਪਾ ਕਰਾਂ ਜਾਂ ਨਾ ਕਰਾਂ। ਵਾਹਿਗੁਰੂ ਵੱਡਾ ਸਮਰੱਥ ਹੈ। ਭਾਈ ਗੁਰਦਾਸ ਜੀ ਦੇ ਬਚਨ ਨੇ, ਭਾਈ ਸਾਹਿਬ ਕਹਿੰਦੇ, ਹੇ ਵਾਹਿਗੁਰੂ ਭਗਤ ਬਚਲ ਸੁਨ ਹੋਤ ਨਿਰਾਸ ਹਿਰਦੈ। ਜਦੋਂ ਅਸੀਂ ਸੁਣਦੇ ਆ ਨਾ, ਤੂੰ ਆਪਣੇ ਭਗਤਾਂ ਨੂੰ ਬਹੁਤ ਪਿਆਰ ਕਰਦਾ ਹੈ। ਕਹਿੰਦੇ ਅਸੀਂ ਤਾਂ ਮਹਾਰਾਜ ਨਿਰਾਸ਼ ਹੋ ਜਾਂਦੇ ਆ, ਸਾਡੇ ਅੰਦਰ ਤਾਂ ਉਦਾਸੀ ਆ ਜਾਂਦੀ ਹੈ ਵੀ ਰੱਬ ਤਾਂ ਆਪਣੇ ਭਗਤਾਂ ਨੂੰ ਪਿਆਰ ਕਰਦਾ, ਅਸੀਂ ਤਾਂ ਉਹਦੇ ਭਗਤ ਨਹੀਂ ਹਾਂ, ਅਸੀਂ ਤਾਂ ਰੱਬ ਦੇ ਪਿਆਰੇ ਨਹੀਂ ਆ, ਅਸੀਂ ਤਾਂ ਵਾਹਿਗੁਰੂ ਦਾ ਨਾਮ ਜਪਣ ਵਾਲੇ ਨਹੀਂ ਆ, ਬੰਦਗੀ ਕਰਨ ਵਾਲੇ ਨਹੀਂ ਆ, ਤੇ ਸਾਨੂੰ ਕਿਹੜਾ ਰੱਬ ਨੇ ਪਿਆਰ ਕਰਨਾ ਹੈ, ਸਾਡੇ ਤੇ ਕਿਹੜਾ ਵਾਹਿਗੁਰੂ ਦੀ ਮਿਹਰਮਤ ਹੋਣੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਪਤਤ ਪਾਵਨ ਸੁਨਿਆਸ ਉਰ ਧਾਰ ਹਉ। ਜਦੋਂ ਵਾਹਿਗੁਰੂ ਸੁਣੀਦਾ ਹੈ ਨਾ, ਤੁਸੀਂ ਪਤਤਾਂ ਨੂੰ ਪਵਿੱਤਰ ਕਰ ਦਿੰਦੇ ਹੋ।
ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਜਦੋਂ ਸੁਣੀਂਦਾ ਆਪ ਜੀ ਔਗਣ ਨਹੀਂ ਚਿਤਾਰਦੇ, ਜਦੋਂ ਕਿਸੇ ਤੇ ਮਿਹਰ ਕਰਦੇ ਹੋ ਨਾ, ਕਿਰਪਾ ਦ੍ਰਿਸ਼ਟੀ ਕਰਦੇ ਹੋ, ਉਹਦੇ ਹਜ਼ਾਰਾਂ ਜਨਮਾਂ ਦੇ ਕੀਤੇ ਪਾਪ ਗੁਨਾਹ ਇੱਕ ਪਾਸੇ, ਵਾਹਿਗੁਰੂ ਤੇਰੀ ਇੱਕ ਪਲ ਦੀ, ਇੱਕ ਛਿਨ ਦੀ, ਇੱਕ ਘੜੀ ਦੀ, ਇੱਕ ਪਲ ਦੀ ਮਿਹਰ ਕਿਰਪਾ ਦ੍ਰਿਸ਼ਟੀ ਇੱਕ ਪਾਸੇ। ਵਾਹਿਗੁਰੂ ਤੁਸੀਂ ਫਿਰ ਔਗਣ ਨਹੀਂ ਚਿਤਾਰਦੇ ਕਿਸੇ ਦੇ। ਸੋ ਮਹਾਰਾਜ ਜੀ ਜਦੋਂ ਵੀ ਕਿਸੇ ਤੇ ਕਿਰਪਾ ਦ੍ਰਿਸ਼ਟੀ ਕਰਦੇ ਆ ਨਾ, ਔਗਣ ਨਹੀਂ ਦੇਖਦੇ। ਤੇ ਜੇ ਔਗਣ ਦੇਖਣ ਤਾਂ ਸਾਡੇ ਵਰਗਿਆਂ ਨੂੰ ਕਦੇ ਸਿੱਖੀ ਨਾ ਮਿਲੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂ? ਅਸੀਂ ਖਿੰਨ ਖਿੰਨ ਭੁੱਲਣਹਾਰ ਆ। ਗੱਲ ਗੱਲ ਤੇ ਅੰਦਰ ਮਾੜੇ ਖਿਆਲ ਆਉਂਦੇ ਆ, ਮਾੜੀ ਸੋਚ ਆਉਂਦੀ ਹੈ, ਪ੍ਰਵਿਰਤੀ ਆਉਂਦੀ ਹੈ, ਸੁਭਾਅ ਗੱਲ ਗੱਲ ਤੇ ਜਿੱਦਾਂ ਦਾ ਸੁਭਾਅ ਮਹਾਰਾਜ ਜੀ ਨੂੰ ਚਾਹੀਦਾ, ਜਿਹੋ ਜਿਹਾ ਸੁਭਾਅ ਵਾਹਿਗੁਰੂ ਨੂੰ ਪਸੰਦ ਹੈ, ਗੁਰੂ ਨਾਨਕ ਨੂੰ ਪਸੰਦ ਹੈ, ਸਾਡਾ ਤਾਂ ਉਦਾਂ ਦਾ ਸੁਭਾਅ ਹੀ ਨਹੀਂ ਹੁੰਦਾ। ਤੇ ਜੇ ਸਾਡਾ ਉਦਾਂ ਦਾ ਸੁਭਾਅ ਹੀ ਨਹੀਂ ਹੈ, ਖਿਆਲ ਨਹੀਂ, ਸਾਡੇ ਅੰਦਰ ਦੀ ਪ੍ਰਵਿਰਤੀ ਨਹੀਂ, ਫਿਰ ਮਹਾਰਾਜ ਦੀ ਮਿਹਰ ਕਿੱਦਾਂ ਹੋਏ ਸਾਡੇ ਤੇ। ਸੋ ਮਹਾਰਾਜ ਸਾਹਿਬ ਜੀ ਦੀ ਮਿਹਰ ਜਦੋਂ ਮਹਾਰਾਜ ਕਰਦੇ ਆ ਨਾ, ਫਿਰ ਮਹਾਰਾਜ ਕਿਸੇ ਦਾ ਸੁਭਾਅ ਨਹੀਂ ਦੇਖਦੇ, ਕਿਸੇ ਦੇ ਕਰਮ ਨਹੀਂ ਦੇਖਦੇ, ਕਿਰਪਾ ਦ੍ਰਿਸ਼ਟੀ ਕਰਕੇ ਨਿਹਾਲ ਕਰ ਦਿੰਦੇ ਐ। ਕਵੀ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਅੰਮ੍ਰਿਤ ਵੇਲੇ ਧਿਆਨ ਚ ਬਹਿੰਦੇ ਐ, ਆਪਣੇ ਸਰੂਪ ਦੇ ਆਨੰਦ ਚ ਮਸਤ ਹੋ ਜਾਂਦੇ ਆ। ਜਦੋਂ ਅੱਖਾਂ ਖੋਲਦੇ ਆ ਦਿਨ ਚੜੇ, ਜਿਹਦੇ ਜਿਹਦੇ ਤੇ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ, ਉਹਦਾ ਦੁੱਖ ਰੋਗ ਦੂਰ ਹੋ ਜਾਂਦਾ ਹੈ। ਆਦ ਬਿਆਦ ਬਾਦਾ ਜੋ ਪਾਵੈ, ਜਾਨ ਸਮੂਹ ਆਗੇ ਚਲ ਆਵੈ। ਕਹਿੰਦੇ ਆਦੀਆਂ ਬਿਆਦੀਆਂ ਉਪਾਦੀਆਂ, ਇਹ ਤਿੰਨ ਤਰ੍ਹਾਂ ਦੇ ਰੋਗ ਹੁੰਦੇ ਆ। ਆਦੀ ਰੋਗ ਹੁੰਦਾ ਹੈ ਮਨ ਦਾ, ਬਿਆਦੀ ਰੋਗ ਹੁੰਦਾ ਸਰੀਰ ਦਾ। ਮਾਨਸਿਕ ਤਲ ਤੇ ਜਿੰਨੀਆਂ ਬਿਮਾਰੀਆਂ ਨੇ, ਜਿੰਨੀਆਂ ਪ੍ਰੋਬਲਮਾਂ ਨੇ, ਉਹਨਾਂ ਨੂੰ ਆਦੀ ਕਿਹਾ ਜਾਂਦਾ ਹੈ। ਸਰੀਰ ਦੀਆਂ ਬਿਮਾਰੀਆਂ ਨੂੰ ਬਿਆਦੀ ਕਿਹਾ ਜਾਂਦਾ ਹੈ। ਕਹਿੰਦੇ ਆਦੀਆਂ ਬਿਆਦੀਆਂ ਦੇ ਜਾਣ ਦਾ ਸਮਾਂ ਜਦੋਂ ਆ ਜਾਂਦਾ ਹੈ ਨਾ, ਉਹ ਜੀਵ ਗੁਰੂ ਅੰਗਦ ਦੇਵ ਜੀ ਦੇ ਦਰਵਾਜ਼ੇ ਤੇ ਆ ਕੇ ਬਹਿ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਵ ਜਿਹਦੇ ਮਨ ਦੇ ਰੋਗ, ਜਿਹਦੇ ਤਨ ਦੇ ਰੋਗ ਟੁੱਟਣ ਦਾ ਸਮਾਂ ਹੁੰਦਾ ਹੈ ਨਾ, ਉਹਨੂੰ ਗੁਰੂ ਘਰ ਦੀ ਓਟ ਮਿਲ ਜਾਂਦੀ ਹੈ। ਹਾਂਜੀ। ਵਿਆਕੁਲ ਹੋਏ ਪੀਰ ਤੇ ਜਈ, ਦ੍ਰਿਸ਼ਟ ਪਰੇ ਸੁਖ ਪਾਵੈ ਤੇਈ। ਜਿਹੜੇ ਅਨੇਕਾਂ ਪ੍ਰਕਾਰ ਦੀਆਂ ਪੀੜਾਂ ਦੇ ਨਾਲ, ਦੁੱਖਾਂ ਦਰਦਾਂ ਦੇ ਨਾਲ ਤੜਫਦੇ ਸੀ ਜੀਵ, ਜਦੋਂ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਉਹਨਾਂ ਤੇ ਪੈ ਗਈ, ਗੁਰੂ ਅੰਗਦ ਦੇਵ ਜੀ ਦੇ ਬੂਹੇ ਤੇ ਆ ਕੇ ਬਹਿ ਗਏ, ਕਹਿੰਦੇ ਉਹਨਾਂ ਨੂੰ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਪੈਣ ਨਾਲ ਹੀ ਆਰਾਮ ਆਉਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਘਰ ਦੀ ਐਸੀ ਪ੍ਰਵਿਰਤੀ ਹੈ। ਸਾਧ ਸੰਗਤ ਜੀ, ਤੁਸੀਂ ਸੱਚੇ ਮਨੋਂ, ਪਿਆਰ ਨਾਲ, ਭਾਵਨਾ ਨਾਲ ਗੁਰੂ ਘਰ ਆਉਣਾ ਸ਼ੁਰੂ ਕਰ ਦਿਓ। ਇੱਥੇ ਕੌਣ ਆਉਂਦਾ ਹੈ, ਕੌਣ ਜਾਂਦਾ, ਕੀ ਸਿਸਟਮ ਹੈ, ਕੀ ਨਹੀਂ, ਆਹ ਸਾਰੀਆਂ ਚੀਜ਼ਾਂ ਛੱਡ ਕੇ ਗੁਣ ਔਗਣ ਨਹੀਂ ਦੇਖਣੇ ਕਿਸੇ ਦੇ। ਬਸ ਤੁਹਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਹੋਵੇ, ਲੰਗਰ 'ਚ ਸੇਵਾ ਕਰਦੇ ਹੋ, ਸੇਵਾ ਵੱਲ ਹੋਵੇ, ਜੁੱਠੇ ਬਰਤਨ ਮਾਂਜਦੇ ਹੋ, ਜੁੱਠੇ ਬਰਤਨਾਂ ਦੀ ਸੇਵਾ ਵੱਲ ਹੋਵੇ, ਹੋਰ ਕਿਸੇ ਪਾਸੇ ਨਾ ਹੋਵੇ। ਤੁਸੀਂ ਦੇਖਿਓ ਦਿਨਾਂ 'ਚ ਤੁਹਾਡਾ ਮਨ ਬਦਲਣਾ, ਤੁਹਾਡਾ ਦਿਲ ਬਦਲਣਾ, ਤੇ ਤੁਹਾਡੇ ਦਿਨ ਬਦਲਨੇ ਸ਼ੁਰੂ ਹੋ ਜਾਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਏਗੀ। ਭਈ ਜਗਤ ਮੈਂ ਬਿਦਤ ਸੁਬਾਤੀ, ਆਏ ਅਨੇਕ ਖਰੇ ਹੋਏ ਪ੍ਰਾਤੀ। ਸਾਰੇ ਇਲਾਕੇ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇਹ ਗੱਲ ਫੈਲ ਗਈ ਕਿ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜਦੋਂ ਨੇਤਰ ਖੋਲਦੇ ਹੈ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਪੈਂਦੀ ਹੈ ਤੇ ਰੋਗੀਆਂ ਦੇ ਰੋਗ ਦੂਰ ਹੁੰਦੇ ਹੈ, ਦੁਖੀਆਂ ਦੇ ਦੁੱਖ ਦੂਰ ਹੁੰਦੇ ਹੈ। ਦੂਰ ਦੂਰ ਤੋਂ ਲੋਕ
ਮਹਾਰਾਜ ਜੀ ਦੇ ਬੂਹੇ ਤੇ ਆ ਕੇ ਨਮਸਕਾਰਾਂ ਕਰਨ ਲੱਗੇ। ਸੰਕਟ ਨਸ਼ਟ ਹੈ ਸਦਨ ਸੁਧਾਰ ਹੈ, ਜਹ ਕਹਿ ਸ੍ਰੀ ਗੁਰ ਸੁਜਸ ਬਿਥਾਰ ਹੈ। ਬਹੁਤ ਸਾਰੇ ਲੋਕ ਜਿਹੜੇ ਮਹਾਰਾਜ ਜੀ ਦੀ ਹਜ਼ੂਰੀ ਚ ਆਉਂਦੇ ਐ, ਜਿਨ੍ਹਾਂ ਦੇ ਸੰਕਟ ਲੈ ਜਾਂਦੇ ਐ, ਦੁੱਖ ਲੈ ਜਾਂਦੇ ਐ, ਕਹਿੰਦੇ ਜਦੋਂ ਉਹ ਠੀਕ ਹੋ ਕੇ ਜਾਂਦੇ ਐ, ਜਿੱਥੇ ਵੀ ਕਿਤੇ ਬਹਿੰਦੇ ਐ, ਉਹ ਇਹੀ ਕਹਿੰਦੇ ਐ, ਧੰਨ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਜਿਨ੍ਹਾਂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਦੀ ਮਿਹਰਾਮਤ ਦੇ ਨਾਲ ਸਾਡਾ ਰੋਗ ਦੂਰ ਹੋ ਗਿਆ, ਸਾਡੇ ਦੁੱਖ ਟੁੱਟ ਗਏ, ਸਾਡੇ ਤੇ ਕਿਰਪਾ ਹੋ ਗਈ। ਸਾਧ ਸੰਗਤ ਜੀ, ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਨਾ ਗੁਰੂ ਘਰ ਦੇ ਵਿੱਚੋਂ, ਉਹ ਫਿਰ ਸਾਰੀ ਜ਼ਿੰਦਗੀ ਮਹਾਰਾਜ ਦਾ ਜਸ ਗਾਉਂਦੇ ਐ, ਕਦੇ ਮਹਾਰਾਜ ਦੇ ਜਸ ਨੂੰ ਵਿਸਾਰਦੇ ਨਹੀਂ। ਬਹੁਰ ਰਬਾਬੀ ਕੀਰਤਨ ਗਾਵੈ, ਸੁਨਹਿ ਬੀਚ ਸੰਗਤ ਹਰ ਖਾਵੈ। ਮਹਾਰਾਜ ਜੀ ਸੰਗਤ ਚ ਬਹਿੰਦੇ ਐ, ਰਬਾਬੀ ਸਿੱਖ ਰਬਾਬ ਲੈ ਕੇ ਆਉਂਦੇ ਐ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰਦੇ ਨੇ, ਤੇ ਮਹਾਰਾਜ ਸੰਗਤ ਚ ਬਹਿ ਕੇ ਨਾਲੇ ਖੁਸ਼ ਹੁੰਦੇ ਐ, ਨਾਲੇ ਕੀਰਤਨ ਸੁਣਦੇ ਹਨ। ਬੈਠੇ ਰਹਿ ਸਿੰਘਾਸਨ ਫੇਰ, ਸਿੱਖ ਸੰਗਤ ਸਭ ਦਰਸ਼ਨ ਹੇਰ। ਦਰਸ਼ਨ ਕਰਨ ਬੇਅੰਤ ਸੰਗਤਾਂ ਆਉਂਦੀਆਂ, ਕੀਰਤਨ ਸਮਾਪਤ ਹੋ ਜਾਂਦਾ ਹੈ, ਮਹਾਰਾਜ ਸਾਹਿਬ ਆਪਣੇ ਆਸਣ ਤੇ ਬੈਠੇ ਰਹਿੰਦੇ ਐ, ਸੰਗਤਾਂ ਨੂੰ ਦਰਸ਼ਨ ਬਖਸ਼ਦੇ ਰਹਿੰਦੇ ਹਨ। ਦੋਹਰਾ ਸ੍ਰੀ ਗੁਰੂ ਨਾਨਕ ਕੀ ਸਦਾ, ਚਰਚਾ ਕਰਤ ਉਦਾਰ। ਹਰ ਸਮੇਂ ਕਵੀ ਜੀ ਕਹਿੰਦੇ ਮਹਾਰਾਜ ਜਦੋਂ ਵੀ ਬਹਿੰਦੇ ਆ ਨਾ, ਹਮੇਸ਼ਾ ਗੁਰੂ ਨਾਨਕ ਦੇਵ ਜੀ ਦੀ ਚਰਚਾ ਕਰਦੇ ਆ, ਗੱਲ ਗੱਲ ਤੇ ਗੁਰੂ ਨਾਨਕ ਨੂੰ ਯਾਦ ਕਰਦੇ ਨੇ। ਕਿਉਂ? ਮਹਾਰਾਜ ਨਾਲ ਪ੍ਰੇਮ ਇੰਨਾ ਰਿਹਾ, ਇੰਨਾ ਪ੍ਰੇਮ ਸੀ ਵੀ ਸਾਰੇ ਹੀ ਛੱਡ ਕੇ ਚਲੇ ਗਏ ਸੀ, ਸਾਰੇ ਹੀ। ਤੇ ਜਦੋਂ ਮਹਾਰਾਜ ਜੀ ਨੇ ਕਿਹਾ ਵੀ ਸਾਰੇ ਚਲੇ ਗਏ, ਲੈਣਾ ਜੀ ਤੁਸੀਂ ਕਿਉਂ ਨਹੀਂ ਜਾਂਦੇ? ਮਹਾਰਾਜ ਕਹਿੰਦੇ ਕਿਸੇ ਨੂੰ ਕਿਸੇ ਦਾ ਆਸਰਾ ਸੀ ਸੱਚਿਆ ਪਾਤਸ਼ਾਹ, ਕਿਸੇ ਨੂੰ ਕਿਸੇ ਦਾ ਸੀ, ਮੈਨੂੰ ਤਾਂ ਤੇਰੇ ਤੋਂ ਬਿਨਾਂ ਕਿਸੇ ਦਾ ਆਸਰਾ ਹੀ ਨਹੀਂ ਹੈ, ਮੈਂ ਕਿੱਥੇ ਜਾਵਾਂ। ਮਹਾਰਾਜ ਜੀ ਨੇ ਘੁੱਟ ਕੇ ਗਲਵਕੜੀ ਚ ਲੈ ਲਿਆ ਸੀ, ਇੰਨਾ ਪ੍ਰੇਮ ਸੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋ ਸਮਾ ਗਏ ਆ, ਹੁਣ ਹਰ ਵੇਲੇ ਹੀ ਮਹਾਰਾਜ ਜੀ ਦੇ ਪ੍ਰੇਮ ਦੀਆਂ ਗੱਲਾਂ ਕਰਦੇ ਨੇ। ਜਤਾ ਚਰਿਤਰ ਪਵਿੱਤਰ ਬਹੁ ਜਗ ਜਗ ਬਚਿੱਤਰ ਵਿਸਤਾਰ। ਮਹਾਰਾਜ ਸਾਹਿਬ ਜੀ ਦੇ ਜਿਹੜੇ ਬਹੁਤ ਸੋਹਣੇ, ਹਿਰਦੇ ਨੂੰ ਸ਼ਾਂਤੀ ਦੇਣ ਵਾਲੇ, ਹਿਰਦੇ ਨੂੰ ਸਕੂਨ ਦੇਣ ਵਾਲੇ ਬਚਨ ਨੇ, ਕੌਤਕ ਨੇ, ਉਹ ਮਹਾਰਾਜ ਸਾਹਿਬ ਜੀ ਸੰਗਤ ਨਾਲ ਸਾਂਝੇ ਕਰਦੇ ਰਹਿੰਦੇ ਐ। ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਮਹਾਰਾਜ ਬਹਿੰਦੇ ਸੀ ਨਾ, ਤੇ ਹਰ ਵੇਲੇ ਹੀ ਸੰਗਤ ਚ ਗੁਰੂ ਨਾਨਕ ਦਾ ਹੀ ਜਸ ਕਰਦੇ ਰਹਿੰਦੇ ਸੀ, ਹਰ ਵੇਲੇ ਗੁਰੂ ਨਾਨਕ ਦੀ ਮਹਿਮਾ, ਹਰ ਵੇਲੇ ਗੁਰੂ ਨਾਨਕ ਦੀ ਮਹਿਮਾ। ਇੰਨਾ ਪਿਆਰ ਸੀ ਮਹਾਰਾਜ ਜੀ ਦਾ। ਚੌਪਈ ਅਪਰ ਨ ਚਰਚਾ ਕੋਈ ਹੋਏ, ਜਗ ਕਾਰਜ ਕੀ ਜੇ ਤਿਕ ਜੋਏ। ਸੰਸਾਰ ਦੇ ਕੰਮਾਂ ਕਾਰਾਂ ਦੀਆਂ ਜਿੰਨੀਆਂ ਵੀ ਗੱਲਾਂ ਨੇ ਨਾ, ਗੁਰੂ ਅੰਗਦ ਦੇਵ ਜੀ ਦੇ ਦਰਬਾਰ 'ਚ ਇੱਕ ਵੀ ਨਹੀਂ ਸੀ ਹੁੰਦੀ। ਮਹਾਰਾਜ ਜੀ ਦੁਨੀਆਦਾਰੀ ਦੀ ਕੋਈ ਗੱਲ ਨਹੀਂ ਸੀ ਕਰਨ ਦਿੰਦੇ, ਵੀ ਸਾਡੇ ਦਰਬਾਰ 'ਚ ਆਉਣਾ, ਸਾਡੇ ਕੋਲ ਆਉਣਾ ਹੈ ਨਾ, ਤਾਂ ਫਿਰ ਦੁਨੀਆਦਾਰੀ ਦੀ ਇੱਥੇ ਆ ਕੇ ਕੋਈ ਗੱਲ ਨਹੀਂ ਕਰਨੀ। ਸੂਪਕਾਰ ਕਰ ਤਿਆਰ ਆਹਾਰੂ, ਸਭ ਰਸ ਪਾਕਹਿ ਸਵਾਦ ਉਧਾਰੂ। ਕਹਿੰਦੇ ਉਸ ਤੋਂ ਬਾਅਦ ਦਿਨ ਚੜੇ, ਰਸੋਈਆ ਸਿੰਘ, ਲਾਂਗਰੀ ਸਿੰਘ ਲੰਗਰ ਤਿਆਰ ਕਰਦੇ ਸੀ। ਜਦੋਂ ਲੰਗਰ ਤਿਆਰ ਹੋ ਜਾਣਾ, ਲਾਂਗਰੀ ਸਿੱਖ ਨੇ ਆ ਕੇ ਮਹਾਰਾਜ ਜੀ ਨੂੰ ਬਚਨ ਕਰਨਾ, ਜਬ ਸੁਧ ਦੇਹ ਆਨ ਕਰ ਸੋਈ, ਸ੍ਰੀ ਗੁਰ ਜੀ ਭਈ ਪਾਕ ਰਸੋਈ। ਕਿ ਮਹਾਰਾਜ ਸਾਹਿਬ ਜੀ ਆਪ ਜੀ ਦੀ ਕਿਰਪਾ ਨਾਲ ਲੰਗਰ ਤਿਆਰ ਹੋ ਗਿਆ, ਤੇ ਇਹ ਖਬਰ ਮਹਾਰਾਜ ਸਾਹਿਬ ਜੀ ਸੁਣਦੇ ਸਨ। ਉਠ ਕਿਰਪਾਲ ਤੈ ਸੰਗ ਸੁਧਾਰੈ, ਸਖਾ ਸਿੱਖ ਸੇਵਕ ਲੈ ਸਾਰੈ। ਮਹਾਰਾਜ ਸਾਹਿਬ ਜੀ ਆਪਣੇ ਆਸਣ ਤੋਂ ਉੱਠ ਜਾਂਦੇ, ਆਪਣੇ ਆਸਣ ਤੋਂ ਉੱਠ ਕੇ ਸਾਰੇ ਸਿੱਖਾਂ ਨੂੰ, ਸੇਵਕਾਂ ਨੂੰ, ਸੰਗਤਾਂ ਨੂੰ ਕਹਿਣਾ, ਚੱਲੋ ਭਾਈ ਸਾਰੇ ਚੱਲੋ, ਗੁਰੂ ਨਾਨਕ ਦੇ ਲੰਗਰ 'ਚ ਚੱਲ ਕੇ ਪ੍ਰਸ਼ਾਦਾ ਆਦਿਕ ਛਕਦੇ ਹਾਂ। ਚਤੁਰ ਬਰਨ ਤੇ ਸਮਸਰ ਬੈਸਹਿ,
ਜੈਸੇ ਰੰਕ ਰਾਵ ਪੀ ਤੈਸ ਹੈ। ਮਹਾਰਾਜ ਜੀ ਦੇ ਲੰਗਰ ਦੀ ਮਰਿਆਦਾ ਸੀ, ਕਹਿੰਦੇ ਸਾਰੇ ਹੀ ਲੋਕ ਇਕੱਠੇ ਬਹਿੰਦੇ ਸੀ ਉੱਥੇ ਨਾ। ਤੁਸੀਂ ਦੇਖਿਓ ਭਾਰਤ ਦੀ ਧਰਤੀ ਦੇ ਉੱਤੇ 4 ਵਰਣਾਂ ਦਾ ਬੜਾ ਰੌਲਾ ਹੈ, ਖੱਤਰੀ, ਬ੍ਰਾਹਮਣ, ਸ਼ੂਦਰ ਤੇ ਬੈਸ। ਇਹ ਬ੍ਰਾਹਮਣ ਨੇ ਇਦਾਂ ਦਾ ਸਿਸਟਮ ਬਣਾਇਆ ਹੋਇਆ ਸੀ ਵੀ ਅਸੀਂ ਸਾਰਿਆਂ ਤੋਂ ਉੱਤਮ ਹੈ। ਖੱਤਰੀ ਜਿਹੜੇ ਆ ਸਾਡੇ ਤੋਂ ਦੂਸਰੇ ਨੰਬਰ ਤੇ ਆ, ਬੈਸ ਜਿਹੜੇ ਬਾਣੀਏ ਉਹ ਤੀਸਰੇ ਨੰਬਰ ਤੇ ਹੈ। ਬਾਕੀ ਦੀਆਂ ਜਿੰਨੀਆਂ ਵੀ ਕਮਿਊਨਿਟੀਆਂ ਨੇ ਭਾਰਤ ਦੀਆਂ, ਉਹਨਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਵੀ ਇਹ ਨਾ ਸਾਡੇ ਬਰਾਬਰ ਖੜ ਸਕਦੇ ਆ, ਨਾ ਸਾਡੇ ਬਰਾਬਰ ਬਹਿ ਸਕਦੇ ਆ, ਨਾ ਖਾ ਸਕਦੇ ਆ। ਇਦਾਂ ਦੇ ਵਿਧਾਨ ਉਹਨਾਂ ਨੇ ਬਣਾਏ ਹੋਏ ਸੀ। ਲੇਕਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਉਣ ਸਾਰ ਸਭ ਤੋਂ ਪਹਿਲੇ ਉਹ ਵਿਧਾਨ ਤੋੜੇ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਦੇ ਅੰਦਰ ਕਹਿੰਦੇ ਚਾਹੇ ਕੋਈ ਰਾਜਾ ਹੋਵੇ, ਮਹਾਰਾਜਾ ਹੋਵੇ, ਗਰੀਬ ਹੋਵੇ, ਅਮੀਰ ਹੋਵੇ, ਚਾਰੇ ਵਰਣਾਂ ਦੇ ਵਿੱਚੋਂ ਕੋਈ ਵੀ ਹੋਵੇ, ਸਾਰਿਆਂ ਨੂੰ ਇੱਕ ਲਾਈਨ 'ਚ ਬੈਠ ਕੇ ਪ੍ਰਸ਼ਾਦਾ ਮਿਲਦਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਐਵੇਂ ਇੱਥੇ ਲੰਗਰ ਨਹੀਂ ਵਰਤਦੇ ਇੱਕ ਲਾਈਨ ਦੇ ਵਿੱਚ। ਪੂਰੀ ਦੁਨੀਆ ਦੇ ਵਿੱਚ ਮਹਾਰਾਜ ਜੀ ਨੇ ਉਸ ਸਮੇਂ ਇਹ ਲੰਗਰ ਸਿੱਖਾਂ ਨੂੰ ਵਰਤਾਏ ਆ, ਜਿਸ ਸਮੇਂ ਐਡਾ ਵੱਡਾ ਵਿਰੋਧ ਹੋ ਜਾਂਦਾ ਸੀ ਤੇ ਉਹ ਲੋਕ ਕੋਈ ਵੀ ਇਹੋ ਜਿਹਾ ਕਾਰਜ ਜਿਹੜਾ ਉਹਨਾਂ ਦੀ ਸੱਭਿਅਤਾ ਤੋਂ ਵਿਰੁੱਧ ਹੁੰਦਾ ਉਹਨੂੰ ਹੋਣ ਨਹੀਂ ਸੀ ਦਿੰਦੇ। ਤੇ ਗੁਰੂ ਨਾਨਕ ਦੇ ਘਰ ਬਾਰੇ ਵੀ ਬਹੁਤ ਵੱਖਰੀਆਂ ਵੱਖਰੀਆਂ ਥਾਵਾਂ ਤੇ ਉਹਨਾਂ ਨੇ ਕੰਪਲੇਂਟਾਂ ਕਰਨੀਆਂ ਜਾ ਜਾ ਕੇ। ਪਰ ਮਹਾਰਾਜ ਸਾਹਿਬ ਜੀ ਦੀ ਕਲਾ ਐਸੀ ਸੀ ਕਿ ਮਹਾਰਾਜ ਸਾਰਿਆਂ ਨੂੰ ਬਰਾਬਰ ਹੱਕ, ਬਰਾਬਰ ਸਨਮਾਨ ਦੇਣ ਆਏ ਸੀ ਤੇ ਮਹਾਰਾਜ ਜੀ ਨੇ ਦਿੱਤਾ। ਗਰੀਬ, ਅਮੀਰ, ਛੋਟਾ ਵੱਡਾ, ਮਾਇਆ ਧਾਰੀ, ਕੰਗਾਲ, ਰਾਜਾ, ਸਾਰੇ ਕੋਈ ਵੀ ਆਵੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ 'ਚ, ਜਦੋਂ ਪੰਗਤ ਲੱਗਦੀ ਹੈ ਸਾਰੇ ਇੱਕ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਦੇ ਨੇ। ਮਾਟੀ ਕੇ ਬਾਸਨ ਹੋਏ ਸਾਰੇ, ਪਤਰਨ ਮਹਿ ਅਚ ਲੇਹ ਆਹਾਰੇ। ਕਹਿੰਦੇ ਮਿੱਟੀ ਦੇ ਉਦੋਂ ਭਾਂਡੇ ਹੁੰਦੇ ਸੀ ਜ਼ਿਆਦਾ, ਤੇ ਪੱਤਲਾਂ ਦੇ ਵਿੱਚ ਪਾ ਕੇ ਪ੍ਰਸ਼ਾਦਾ ਆਦਿਕ ਗੁਰੂ ਕੇ ਸਿੱਖ ਛਕ ਲੈਂਦੇ ਸਨ। ਜੋ ਚੌਂਕੇ ਮਹਿ ਅਚ ਹੈ ਰਸੋਈ, ਗੁਰੂ ਸਮੀਪ ਜਾਏ ਨਹਿ ਸੋਈ। ਕਹਿੰਦੇ ਮਹਾਰਾਜ ਜੀ ਦੀ ਮਰਿਆਦਾ ਸੀ ਵੀ ਲੰਗਰ ਦੇ ਵਿੱਚ ਜਿੱਥੇ ਲੰਗਰ ਤਿਆਰ ਹੁੰਦਾ ਨਾ, ਉੱਥੇ ਬਹਿ ਕੇ ਕੋਈ ਵੀ ਬੰਦਾ ਕਦੇ ਪ੍ਰਸ਼ਾਦਾ ਨਹੀਂ ਸੀ ਛਕ ਸਕਦਾ। ਤੇ ਜੇ ਕੋਈ ਛਕ ਲੈਂਦਾ ਸੀ ਉਹਨੂੰ ਮਹਾਰਾਜ ਜੀ ਦੇ ਦਰਬਾਰ 'ਚ ਜਾਣਾ ਨਹੀਂ ਸੀ ਮਿਲਦਾ, ਮਨਾ ਕਰ ਦਿੰਦੇ ਸੀ ਮਹਾਰਾਜ ਵੀ ਇਹ ਲੰਗਰ ਦੀ ਮਰਿਆਦਾ ਨਹੀਂ ਹੈ। ਲੰਗਰ ਦੀ ਮਰਿਆਦਾ ਹੈ ਜਿੱਥੇ ਸੰਗਤ ਬੈਠ ਕੇ ਛਕਦੀ ਹੈ ਸਾਰੇ ਉੱਥੇ ਬੈਠ ਕੇ ਛਕਣ, ਜਿੱਥੇ ਤਿਆਰ ਹੁੰਦਾ ਉੱਥੇ ਸਾਫ਼ ਸਫਾਈ ਸੁਚਮਤਾ ਦਾ ਪਹਿਰਾ ਰਹੇ। ਪੰਕਤ ਬੀਚ ਬੈਠ ਗੁਰ ਖਾਹੇ, ਏਕ ਸਮਾਨ ਅਸਨ ਅਚਵਾਹੇ। ਮਹਾਰਾਜ ਜੀ ਆਪ ਸਾਰੀ ਸੰਗਤ 'ਚ ਬੈਠ ਕੇ ਪ੍ਰਸ਼ਾਦਾ ਛਕਦੇ ਸੀ ਤੇ ਸਾਰਿਆਂ ਨੂੰ ਮਹਾਰਾਜ ਕਹਿ ਕੇ ਇੱਕ ਰਸ ਪ੍ਰਸ਼ਾਦਾ ਲੰਗਰ ਹਰ ਇੱਕ ਚੀਜ਼ ਸਿੱਖਾਂ ਨੂੰ ਵਰਤਾਉਣ ਦਾ ਹੁਕਮ ਕਰਦੇ ਸਨ। ਪਾਇਸ ਹੋਵਹਿ ਬੀਚ ਰਸੋਈ, ਸੀਤ ਪ੍ਰਸਾਦ ਖਾਹੇ ਸਭ ਕੋਈ। ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸੀਤ ਪ੍ਰਸਾਦ ਸੰਗਤ 'ਚ ਵਰਤਦਾ ਸੀ। ਕਹਿੰਦੇ ਰਸ ਅੰਮ੍ਰਿਤ ਖੀਰ ਘਿਆਲੀ, ਮਾਤਾ ਖੀਵੀ ਸੋਹ ਸੋਏ ਜਿਨ ਗੋਏ ਉਠਾਲੀ। ਮਹਾਰਾਜ ਜੀ ਦੀ ਬਾਣੀ 'ਚ ਵੀ ਜ਼ਿਕਰ ਆਉਂਦਾ ਹੈ ਕਿ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਬਾਰ 'ਚ ਹਰ ਵੇਲੇ ਖੀਰ ਜ਼ਰੂਰ ਵਰਤਦੀ ਸੀ। ਪੁਨ ਜਲ ਪਾਨ ਚੁਰੀ ਕਰ ਲੇਹੇ, ਉਠਹਿ ਗੁਰੂ ਪੁਨ ਏਵ ਕਰੇਹੇ। ਬਜ਼ੁਰਗ ਸਰੀਰ ਸੀ ਮਹਾਰਾਜ ਜੀ ਦਾ, ਪ੍ਰਸ਼ਾਦਾ ਛਕਣਾ, ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਨੇ ਜਲ ਛਕਣਾ, ਚੁਲੀ ਆਦਿਕ ਕਰਨੀ। ਸਿੱਖਾਂ ਨੇ ਮਹਾਰਾਜ ਜੀ ਦੇ ਹੱਥ ਸੁੱਚੇ ਕਰਾਉਣੇ ਤੇ ਫਿਰ ਮਹਾਰਾਜ ਜੀ ਨੇ ਲੰਗਰ ਦੇ ਵਿੱਚੋਂ ਉੱਠ ਕੇ ਤੁਰ ਪੈਣਾ। ਗ੍ਰਾਮ ਬਾਲ ਕੇ ਲੇਹੇ ਬੁਲਾਏ, ਹਰਕ ਸ਼ੋਕ ਜਿਨ ਹੋਏ ਨਾ ਕਾਏ। ਫਿਰ ਕਹਿੰਦੇ ਮਹਾਰਾਜ ਸਾਹਿਬ ਜੀ ਦਿਨ ਚੜੇ ਆਪਣਾ ਖਡੂਰ ਸਾਹਿਬ ਦੇ ਛੋਟੇ ਛੋਟੇ ਬੱਚਿਆਂ ਨੂੰ ਬੁਲਾ ਲੈਂਦੇ ਸੀ ਤੇ ਬੁਲਾ ਕੇ ਮਹਾਰਾਜ ਜੀ ਨੇ ਖਿਲਾਉਣਾ। ਕਵੀ ਜੀ ਕਹਿੰਦੇ ਉਹਨਾਂ ਬੱਚਿਆਂ ਨੂੰ ਬੁਲਾਉਂਦੇ ਸੀ ਜਿਨ੍ਹਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਵਿਕਾਰ ਨਹੀਂ ਸੀ ਹੁੰਦਾ। ਹੁਣ ਬੱਚੇ ਸਾਫ਼ ਸੁਥਰੇ, ਨੇਕ ਨੀਅਤ, ਪਾਕ ਪਵਿੱਤਰ ਹੁੰਦੇ ਆ।
ਮਹਾਰਾਜ ਜੀ ਨੇ ਛੋਟੇ ਛੋਟੇ ਬੱਚਿਆਂ ਨੂੰ ਬੁਲਾਉਣਾ, ਬੁਲਾ ਕੇ ਕੋਲ ਖਿਲਾਉਣਾ। ਮਹਾਰਾਜ ਜੀ ਨੇ ਲਾਡ ਕਰਨਾ, ਛੋਟੇ ਛੋਟੇ ਬੱਚਿਆਂ ਨੂੰ ਪ੍ਰੇਮ ਕਰਨਾ ਤੇ ਸਿੱਖੀ ਦੀ ਉਹਨਾਂ ਨੂੰ ਰੰਗਤ ਚਾੜਨੀ। ਗੁਰੂ ਅੰਗਦ ਦੇਵ ਜੀ ਕੋਲ ਖੇਡਣਾ, ਗੁਰੂ ਅੰਗਦ ਦੇਵ ਜੀ ਦੇ ਸਪਰਸ਼ ਨੂੰ ਪ੍ਰਾਪਤ ਕਰਨਾ, ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਨੂੰ ਪ੍ਰਾਪਤ ਕਰਨਾ, ਇਹ ਕੋਈ ਛੋਟੀ ਗੱਲ ਥੋੜੋ ਸੀ। ਕਿੰਨੀ ਰੰਗਤ ਚੜੀ ਹੋਣੀ ਹੈ ਉਹਨਾਂ ਬੱਚਿਆਂ ਦੇ ਉੱਤੇ ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਆਪ ਆਪਣੀ ਗੋਦ 'ਚ ਬਿਠਾ ਕੇ ਖਿਡਾਉਂਦੇ ਰਹੇ ਆ, ਸਾਹਮਣੇ ਖਿਡਾਉਂਦੇ ਰਹੇ ਆ। ਕਹਿੰਦੇ ਮਹਾਰਾਜ ਜੀ ਫਿਰ ਬੱਚਿਆਂ ਨੂੰ ਖਿਡਾਉਂਦੇ ਸਨ। 300 ਮਿਲ ਕਰ ਖੇਲਾ ਹੈ ਖੇਲ, ਹੋਏ ਪ੍ਰਸੰਨ ਮਿਲ ਹੈ ਸਿਸਕ ਮੇਲ। ਕਹਿੰਦੇ ਮਹਾਰਾਜ ਜੀ ਉਹਨਾਂ ਨੂੰ ਖਿਡਾਉਣ ਲੱਗ ਪੈਂਦੇ, ਆਪ ਵੀ ਬੈਠੇ ਬੈਠੇ ਕਈ ਵਾਰ ਨਾਲ ਉਹਨਾਂ ਦੇ ਖੇਲਣ ਲੱਗ ਪੈਣਾ, ਬੱਚਿਆਂ ਨੂੰ ਤਿਆਰ ਕਰਨਾ, ਖੁਸ਼ੀ ਕਰਨੀ ਤੇ ਬੱਚਿਆਂ ਨੂੰ ਖਿਡਾਉਣਾ। ਦੇਖੋ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਦਰਬਾਰ ਦਾ ਇਹ ਬਿਰਤਾਂਤ ਸੀ ਉਸ ਵੇਲੇ ਦਾ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਚੀਜ਼ਾਂ ਮਹਾਰਾਜ ਜੀ ਦੇ ਜੀਵਨ 'ਚ ਸੀ, ਲੇਕਿਨ ਅਸੀਂ ਉਹਨਾਂ ਚੀਜ਼ਾਂ ਨੂੰ ਛੱਡ ਚੁੱਕੇ ਹਾਂ। ਅਸੀਂ ਕਦੇ ਗੁਰੂ ਅੰਗਦ ਦੇਵ ਜੀ ਦੀ ਯਾਦ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਖਿਡਾਉਂਦੇ ਨਹੀਂ। ਉਹ ਦਿਨ ਵੀ ਯਾਦ ਨਹੀਂ ਕਰਦੇ ਵੀ ਕੋਈ ਸਮਾਂ ਸੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਛੋਟੇ ਛੋਟੇ ਬੱਚਿਆਂ ਨੂੰ ਖਿਡਾਉਂਦੇ ਹੁੰਦੇ ਸੀ। ਠੀਕ ਹੈ, ਹੁਣ ਗੁਰੂ ਘਰਾਂ 'ਚ ਅਵੇਅਰਨੈਸ ਆਈ ਹੈ ਕਿ ਛੋਟੇ ਬੱਚਿਆਂ ਨੂੰ ਗੱਤਕਾ ਸਿਖਾਇਆ ਜਾਂਦਾ ਹੈ, ਪਰ ਜਿੱਦਾਂ ਦੀ ਵੀ ਖੇਡ ਬੱਚੇ ਖੇਡਣਾ ਚਾਹਣ ਉਹਨਾਂ ਬੱਚਿਆਂ ਨੂੰ ਬੁਲਾ ਕੇ ਗੁਰੂ ਘਰ 'ਚ ਕਦੇ ਇੱਕ ਦਿਨ, ਸਾਲ 'ਚ ਇੱਕ ਦਿਨ ਹੀ ਰੱਖ ਲੈਣ ਕਿ ਉਹਨਾਂ ਨੂੰ ਖਿਡੌਣੇ ਦਿੱਤੇ ਜਾਣ, ਖਿਡਾਇਆ ਜਾਵੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਯਾਦ ਦੇ ਵਿੱਚ, ਤਾਂ ਕਿ ਮਹਾਰਾਜ ਜੀ ਦੀ ਯਾਦ ਤਾਜ਼ਾ ਹੋ ਸਕੇ। ਜਾਂ ਅਸੀਂ ਆਪ ਵੀ ਕੋਈ ਵੀ ਛੋਟਾ ਬੱਚਾ ਦੇਖੀਏ, ਉਹਨੂੰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਕੇ ਰੱਬ ਰੂਪ ਜਾਣ ਕੇ ਖਿਡਾਈਏ, ਤਾਂ ਕਿ ਮਹਾਰਾਜ ਸਾਹਿਬ ਸਾਡੇ ਤੇ ਦਇਆ ਕਰਨ। ਕਿਉਂਕਿ ਮਹਾਰਾਜ ਜੀ ਪਾਕ ਪਵਿੱਤਰ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ। ਇਹਦੇ ਪਿੱਛੇ ਇੱਕ ਭਾਵ ਸੀ ਮਹਾਰਾਜ ਜੀ ਦਾ, ਉਹ ਭਾਵ ਇਹ ਸੀ ਸਾਡਾ ਆਪਣੇ ਬੱਚਿਆਂ ਨਾਲ ਮੋਹ ਬਹੁਤ ਹੁੰਦਾ, ਪ੍ਰੇਮ ਬਹੁਤ ਹੁੰਦਾ, ਅਸੀਂ ਆਪਣੇ ਬੱਚਿਆਂ ਨਾਲ ਬਹੁਤ ਲਾਡ ਕਰਦੇ ਹਾਂ, ਲੇਕਿਨ ਕਿਸੇ ਦੇ ਬੱਚਿਆਂ ਨਾਲ ਅਸੀਂ ਕਦੇ ਉਹ ਲਾਡ, ਉਹ ਪਿਆਰ ਨਹੀਂ ਕਰ ਪਾਉਂਦੇ ਜਿਹੋ ਜਿਹਾ ਪਿਆਰ ਅਸੀਂ ਆਪ ਦੇ ਬੱਚਿਆਂ ਨੂੰ ਕਰਦੇ ਹਾਂ। ਸਾਡੇ ਅੰਦਰ ਕਿਤੇ ਨਾ ਕਿਤੇ ਛੋਟੀ ਮੋਟੀ ਅੰਦਰ ਦੂਸਰਪੁਣਾ, ਦੁਐਤ ਬਣੀ ਰਹਿੰਦੀ ਹੈ। ਮਹਾਰਾਜ ਸਾਹਿਬ ਜੀ ਇਹ ਦਰਸਾ ਰਹੇ ਸੀ ਸਾਨੂੰ ਵੀ ਸਾਡੇ ਅੰਦਰ ਕਿਸੇ ਪ੍ਰਕਾਰ ਦੀ ਦੁਐਤ ਨਹੀਂ, ਇਹ ਸਾਰੇ ਬੱਚੇ ਸਾਨੂੰ ਉਨੇ ਹੀ ਪਿਆਰੇ ਹੈ ਜਿੰਨੇ ਕਦੇ ਆਪਣੇ ਬੱਚੇ ਪਿਆਰੇ ਸੀ। ਤੇ ਸਿੱਖੋ, ਤੁਹਾਡੇ ਅੰਦਰ ਦਾ ਹਿਰਦਾ, ਤੁਹਾਡੇ ਅੰਦਰ ਦਾ ਦਿਲ ਇਦਾਂ ਦਾ ਹੋਣਾ ਚਾਹੀਦਾ ਵੀ ਤੁਸੀਂ ਹਰ ਬੱਚੇ ਨੂੰ ਹੀ ਉਨਾ ਪਿਆਰ ਕਰੋ ਜਿੰਨਾ ਪਿਆਰ ਤੁਸੀਂ ਆਪ ਦੇ ਬੱਚਿਆਂ ਨੂੰ ਕਰਦੇ ਹੋ। ਤੇ ਜਦੋਂ ਤੁਸੀਂ ਬੱਚਿਆਂ ਪ੍ਰਤੀ ਪ੍ਰੇਮ ਵਾਲੀ ਭਾਵਨਾ, ਦੁਐਤ ਛੱਡ ਦੋਗੇ ਤਾਂ ਹੌਲੀ ਹੌਲੀ ਸੰਸਾਰ 'ਚ ਵੀ ਤੁਹਾਡੇ ਅੰਦਰੋਂ ਦੁਐਤ ਨਿਕਲ ਜਾਏਗੀ। ਤੇ ਜਦੋਂ ਸਾਰੇ ਸਿੱਖ ਦੁਐਤ ਛੱਡ ਦੇਣਗੇ, ਅੰਦਰ ਸਿੱਖਾਂ ਦੇ ਸ਼ਾਂਤੀ ਆਏਗੀ, ਟਿਕਾ ਆਏਗਾ, ਰੌਲੇ ਰੱਪੇ ਖਤਮ ਹੋਣਗੇ ਤੇ ਗੁਰੂ ਕੀ ਸਿੱਖੀ ਮਿਲੇਗੀ, ਗੁਰੂ का प्यार मिलेगा। पहल तीसरो एव बितावहै, पहलवान तब गुरु बुलावहै। तीसरे पैर च ਮਹਾਰਾਜ ਸਾਹਿਬ ਜੀ ਪਹਿਲਵਾਨਾਂ ਨੂੰ ਬੁਲਾਉਂਦੇ ਸੀ ਤੇ ਮਹਾਰਾਜ ਜੀ ਦੇ ਦਰਬਾਰ 'ਚ ਫਿਰ ਪਹਿਲਵਾਨ ਆਉਂਦੇ ਸਨ। ਮਿਲਹਿ ਆਏ ਬਹੁ ਪਰਹਿ ਅਖਾਰਾ, ਪਿਰਹਿ ਆਪ ਮਹਿ ਬਲ ਧਰ ਭਾਰਾ। ਬੜੇ ਬਲੀ ਤਕੜੇ ਤਕੜੇ ਪਹਿਲਵਾਨ ਮਹਾਰਾਜ ਦੇ ਦਰਬਾਰ 'ਚ ਉਹਨਾਂ ਨੂੰ ਘਿਓ ਛਕਣ ਨੂੰ ਮਿਲਦਾ ਸੀ, ਤਾਕਤ ਲਈ ਉਹਨਾਂ ਨੂੰ ਬਹੁਤ ਸਾਰੇ ਪਦਾਰਥ ਮਿਲਦੇ ਸੀ। ਕਹਿੰਦੇ ਉਹ ਆ ਕੇ ਮਹਾਰਾਜ ਦੇ ਦਰਬਾਰ 'ਚ ਘੁਲਦੇ ਸਨ। ਕਹਿ ਕਹਿ ਤਿਨ ਹੋ ਭਿਵਾਵਨ ਠਾਨ ਹੈ, ਕੁਸ਼ਤੀ ਕਰਤ ਜੀਤ ਕਹਿ ਹਨ। ਮਹਾਰਾਜ ਕੁਸ਼ਤੀ ਕਰਾਉਂਦੇ ਸੀ, ਕਹਿ ਕਹਿ ਕੇ ਉਹਨਾਂ ਨੂੰ ਘੁਲਾਉਂਦੇ ਸੀ। ਇਹਦੇ ਪਿੱਛੇ ਵੀ ਮਹਾਰਾਜ ਜੀ ਦਾ ਭਾਵ ਸੀ ਤਾਂ ਕਿ ਸਿੱਖ ਜਿਹੜੇ ਆ ਉਹ ਸਰੀਰਕ ਤੌਰ ਤੇ ਬਲਵਾਨ ਹੋਣ। ਤੇ ਜੇ ਸਿੱਖ ਸਰੀਰਕ ਤੌਰ ਤੇ ਬਲਵਾਨ ਹੋਏ, ਜਦੋਂ 6ਵੇਂ ਪਾਤਸ਼ਾਹ ਨੇ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, 2 ਤਲਵਾਰਾਂ ਧਾਰਨ ਕੀਤੀਆਂ, ਮੁਗਲੀਆ ਸਲਤਨਤ ਦੇ ਖਿਲਾਫ, ਮੌਜੂਦਾ ਰਾਜਿਆਂ ਦੇ ਖਿਲਾਫ, ਉਹਨਾਂ ਦੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ
ਤਲਵਾਰ ਉਠਾਈ ਤਾਂ ਉਹਨਾਂ ਗੁਰੂ ਕੇ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਮੈਦਾਨੇ ਜੰਗ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ। 10ਵੇਂ ਪਾਤਸ਼ਾਹ ਦੇ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਕੇ ਪਹਾੜੀਆਂ ਦੇ ਨਾਲ, ਔਰੰਗਜ਼ੇਬ ਦੇ ਨਾਲ, ਵਜ਼ੀਰ ਖਾਨ ਦੇ ਨਾਲ, ਕਿੰਨੇ ਕਿੰਨੇ ਜ਼ਾਲਮ ਰਾਜਿਆਂ ਦੇ ਨਾਲ ਉਹ ਸਿੱਖ ਲੜ ਗਏ। ਇਹ ਇੱਕ ਦਿਨ ਚ ਤਿਆਰੀ ਨਹੀਂ ਸੀ ਹੋਈ ਖਾਲਸਾ ਜੀ, ਬੜਾ ਲੰਮਾ ਸਮਾਂ ਲੱਗਿਆ ਸੀ। ਗੁਰੂ ਅੰਗਦ ਦੇਵ ਸਾਹਿਬ ਜੀ ਦੀ ਮਿਹਰ ਵਰਤ ਰਹੀ ਸੀ ਉਹਨਾਂ ਬਲਵਾਨ ਸਿੱਖਾਂ ਦੇ ਵਿੱਚ, ਜਿਨ੍ਹਾਂ ਨੇ ਕਦੇ ਕਾਬਲ ਝੁਕਾਇਆ, ਕਦੇ ਕੰਧਾਰ ਝੁਕਾਇਆ, ਜਿਨ੍ਹਾਂ ਨੇ ਅਫਗਾਨਿਸਤਾਨ ਦੇ ਵੱਡੇ ਸ਼ਾਹੀ ਕਿਲੇ ਤੇ ਜਾ ਕੇ ਕੇਸਰੀ ਨਿਸ਼ਾਨ ਝੁਲਾ ਦਿੱਤਾ, ਜਿਨ੍ਹਾਂ ਨੇ 18-19 ਵਾਰ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਝੰਡਾ, ਕੇਸਰੀ ਨਿਸ਼ਾਨ ਝੁਲਾਇਆ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਕਿਰਪਾ ਪ੍ਰਾਪਤ ਕਰਕੇ ਥੋੜੇ ਸਮੇਂ ਦੇ ਵਿੱਚ ਖਾਲਸਾ ਰਾਜ ਸਥਾਪਿਤ ਕਰ ਲਿਆ ਸੀ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਉਹ ਮਿਹਰ ਦਾ, ਕਿਰਪਾ ਦਾ ਸਦਕਾ ਸੀ। ਕਵੀ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ 'ਚ ਪਹਿਲਵਾਨ ਵੀ ਘੁਲਦੇ ਆ। ਲੰਬੀ ਤਿਆਰੀ ਹੋ ਰਹੀ ਸੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਦ੍ਰਿਸ਼ਟੀ ਕਰ ਰਹੇ ਸਨ। ਜਾਮ ਦਿਵਸ ਕੇ ਰਹੇ ਬਹੋਰੀ, ਸ੍ਰੀ ਗੁਰਦੇਵ ਤਜਹਿ ਤਿਸ ਠੌਰੀ। ਕਹਿੰਦੇ ਜਦੋਂ ਮਹਾਰਾਜ ਸਾਹਿਬ ਜੀ ਇੱਕ ਜਾਮ ਦਿਨ, ਇੱਕ ਪਹਿਰ ਦਿਨ ਰਹਿ ਜਾਂਦਾ ਸੀ, ਫਿਰ ਮਹਾਰਾਜ ਉਹ ਅਖਾੜਾ ਛੱਡ ਦਿੰਦੇ ਸੀ ਜਿੱਥੇ ਪਹਿਲਵਾਨ ਘੁਲਦੇ ਸਨ। ਉੱਥੋਂ ਮਹਾਰਾਜ ਸਾਹਿਬ ਜੀ ਆਪਣੇ ਆਸਣਾਂ ਤੇ ਆ ਜਾਂਦੇ ਸਨ। ਸਭਾ ਵਿਖੇ ਸ਼ੁਭ ਆਸਨ ਬੈਸੇ, ਮਨ ਗਨ ਸਹਿਤ ਸ਼ੁਭ ਹੋਏ ਜੈਸੇ। ਜਿਵੇਂ ਕਹਿੰਦੇ ਬਹੁਤ ਸਾਰੇ ਰਿਸ਼ੀਆਂ ਮੁਨੀਆਂ 'ਚ ਸ਼ੰਭੂ ਜੀ ਬੈਠੇ ਹੋਣ, ਇਦਾਂ ਮਹਾਰਾਜ ਸਾਹਿਬ ਆਪਣੇ ਸਿੱਖਾਂ 'ਚ ਬਹਿੰਦੇ ਸਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਦੇ ਸਨ। ਚਹੋ ਦੇਸ਼ ਪਰਵਾਰਤ ਸਿੱਖ ਆਏ, ਰੁਚਰ ਰਬਾਬੀ ਰਾਗਨ ਗਾਏ। ਚਾਰੇ ਪਾਸਿਆਂ 'ਚੋਂ ਸਿੱਖ ਸੰਗਤਾਂ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ 'ਚ ਆਉਂਦੀਆਂ ਸਨ, ਸੰਧਿਆ ਦੇ ਦੀਵਾਨ ਦੇ ਵਿੱਚ, ਤੇ ਰਬਾਬੀ ਬਹੁਤ ਸੋਹਣਾ ਕੀਰਤਨ ਗਾਉਂਦੇ ਸਨ। ਸਕਲ ਪ੍ਰੇਮ ਕਰ ਸੁਨਹਿ ਸੁਦਾਸ, ਜਿਨ ਤੇ ਬ੍ਰਿੰਦ ਵਿਕਾਰ ਵਿਨਾਸ਼। ਸਾਰੇ ਮਹਾਰਾਜ ਦੇ ਸਿੱਖ ਸੇਵਕ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਬਾਣੀ ਸੁਣਦੇ ਸਨ। ਕਵੀ ਜੀ ਕਹਿੰਦੇ ਜਿਸ ਬਾਣੀ ਨੂੰ ਸੁਣਨ ਦੇ ਨਾਲ ਸਰੀਰ ਦਾ ਤੇ ਸਰੀਰ ਦੇ ਅੰਦਰ ਮਨ ਦਾ ਅਨੇਕਾਂ ਪ੍ਰਕਾਰ ਦੇ ਵਿਕਾਰ ਜੋ ਸਰੀਰ 'ਚ ਹੁੰਦੇ ਆ, ਮਨ 'ਚ ਹੁੰਦੇ ਆ, ਉਹਨਾਂ ਦਾ ਨਾਸ ਹੋ ਜਾਂਦਾ ਸੀ। ਸੰਧਿਆ ਸਮੇਂ ਸੋ ਹੋਏ ਇਕਾਂਤ, ਨਿਜ ਸਰੂਪ ਮਹਿ ਲੈ ਭਗਵੰਤ। ਕਹਿੰਦੇ ਮਹਾਰਾਜ ਸਾਹਿਬ ਜੀ ਫੇਰ ਸ਼ਾਮ ਦੇ ਦੀਵਾਨ ਤੋਂ ਬਾਅਦ ਫੇਰ ਇਕਾਂਤ 'ਚ ਬਹਿ ਜਾਂਦੇ ਸੀ। ਇਕਾਂਤ 'ਚ ਬਹਿ ਕੇ ਮਹਾਰਾਜ ਜੀ ਨੇ ਆਸਣ ਲਾ ਲੈਣਾ, ਅੱਖਾਂ ਬੰਦ ਕਰ ਲੈਣੀਆਂ, ਆਪਣੇ ਆਤਮ ਸਰੂਪ ਦੇ ਵਿੱਚ ਟਿਕ ਜਾਣਾ। ਬੈਠੇ ਹੈ ਕਾਂਤੀ ਇੱਕ ਜਾਮ, ਪੁਨ ਪ੍ਰਯੰਕ ਪਰ ਕਰਹਿ ਆਰਾਮ। ਕਹਿੰਦੇ ਇੱਕ ਪੈਰ ਤੱਕ 3-4 ਘੰਟੇ ਫਿਰ ਮਹਾਰਾਜ ਆਪਣੇ ਆਤਮ ਸਰੂਪ 'ਚ ਟਿਕ ਕੇ ਆਨੰਦ ਨਾਲ ਬੈਠੇ ਰਹਿੰਦੇ ਸਨ। ਕਹਿੰਦੇ ਉਸ ਤੋਂ ਬਾਅਦ ਫਿਰ ਮਹਾਰਾਜ ਜੀ ਆਰਾਮ ਕਰਦੇ ਸਨ। ਇਸ ਪ੍ਰਕਾਰ ਨਿਸ ਦਿਵਸ ਬਿਤਾਵਹਿ, ਸਿੱਖਿਅਨ ਤੇ ਸਤਨਾਮ ਜਪਾਵਹਿ। ਇਸ ਪ੍ਰਕਾਰ ਕਵੀ ਜੀ ਕਹਿੰਦੇ ਮਹਾਰਾਜ ਜੀ ਦਿਨ ਤੇ ਰਾਤ ਬਤੀਤ ਕਰਦੇ ਸਨ। ਅੱਜ ਦੇ ਦੀਵਾਨ ਅੰਦਰ ਕਵੀ ਜੀ ਨੇ ਮਹਾਰਾਜ ਜੀ ਦੇ ਦਿਨ ਦੀ ਤੇ ਰਾਤ ਦੀ ਕਿਰਿਆ ਦੱਸੀ ਹੈ। ਤੇ ਇਸ ਤਰ੍ਹਾਂ ਕਹਿੰਦੇ ਸਿੱਖਾਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਦਾ ਮਹਾਰਾਜ ਜੀ ਜਾਪ ਜਪਾਉਂਦੇ ਸਨ। ਆਪਨ ਢਿਗ ਮਾਇਆ ਵਿਵਹਾਰ, ਜ਼ਿਕਰ ਨਾ ਹੋਣ ਦੇਹ ਕਿਸ ਵਾਰ। ਮਹਾਰਾਜ ਜੀ ਆਪਣੇ ਨੇੜੇ ਮਾਇਆ ਦਾ, ਸੰਸਾਰਕ ਕੰਮਾਂ ਦਾ, ਵਿਵਹਾਰਾਂ ਦਾ ਜ਼ਿਕਰ ਵੀ ਨਹੀਂ ਸਨ ਹੋਣ ਦਿੰਦੇ। ਹਰਕ ਸੋਗ ਜੇ ਤਿਕ ਬਿਦ ਨਾਨਾ, ਇਨਕੋ ਸਿੱਖ ਨਾ ਕਰਹਿ ਬਖਾਨਾ। ਮਹਾਰਾਜ ਜੀ ਕੋਲ ਜਿਹੜੇ ਸਿੱਖ ਵੀ ਆਉਂਦੇ ਸੀ, ਖੁਸ਼ੀ ਗਮੀ ਹੋਰ ਅਨੇਕ ਤਰ੍ਹਾਂ ਦੇ ਜਿਹੜੇ ਵਿਕਾਰ ਨੇ, ਮਾਇਆ ਦੇ ਵਿਵਹਾਰ ਨੇ, ਕਹਿੰਦੇ ਕਿਸੇ ਪ੍ਰਕਾਰ ਦੀ ਉਹ ਸਿੱਖ ਕਦੇ ਮਹਾਰਾਜ ਕੋਲ ਆ ਕੇ ਗੱਲ ਨਹੀਂ ਸਨ ਕਰਦੇ। ਇਕ ਰਸ ਬ੍ਰਿਤ ਸਮਾਨ ਜਿਨ ਕੇਰੀ, ਰਾਗ ਨ ਦ્વੈਸ਼ ਮਿੱਤਰ ਨਹਿ ਬੈਰੀ। ਮਹਾਰਾਜ ਸਾਹਿਬ ਜੀ ਦੀ ਕਹਿੰਦੇ ਇੱਕ ਰਸ ਬਿਰਤੀ ਸੀ ਟਿਕੀ ਹੋਈ। ਉਹਨਾਂ ਦੇ ਲਈ ਨਾ ਕੋਈ ਮਿੱਤਰ ਸੀ, ਨਾ ਕੋਈ ਬੈਰੀ ਸੀ, ਨਾ ਕੋਈ ਆਪਣਾ ਸੀ, ਨਾ ਕੋਈ ਬੇਗਾਨਾ ਸੀ।
ਸਦਾ ਆਨੰਦ ਪ੍ਰੇਮ ਰਸ ਭਾਗੇ, ਸ੍ਰੀ ਨਾਨਕ ਜਸ ਸੋ ਨਿਤ ਲਾਗੇ। ਕਹਿੰਦੇ ਸਦਾ ਪ੍ਰੇਮ ਚ ਵਾਹਿਗੁਰੂ ਦੇ ਨਾਮ ਦੇ ਰਸ ਚ ਮਗਨ ਰਹਿੰਦੇ ਸੀ ਤੇ ਸਦਾ ਹੀ ਗੁਰੂ ਨਾਨਕ ਦਾ ਜਸ ਮਹਾਰਾਜ ਸਾਹਿਬ ਜੀ ਕਰਦੇ ਰਹਿੰਦੇ ਸਨ। ਗੋਰਖ ਆਦ ਸਿੱਧ ਬੜ ਪੂਰੇ, ਇੱਕ ਦਿਨ ਕਰ ਵਿਚਾਰ ਸਭ ਰੂਰੇ। ਇਸ ਤੋਂ ਅੱਗੇ ਦਾ ਪ੍ਰਸੰਗ ਆਪਾਂ ਕੱਲ ਦੁਪਹਿਰ ਦੀ ਕਥਾ ਚ ਸਰਵਣ ਕਰਾਂਗੇ, ਕਿਉਂਕਿ ਜਦੋਂ ਗੋਰਖਨਾਥ ਆਦਿਕ ਸਿੱਧਾਂ ਨੂੰ ਇਹ ਪਤਾ ਚੱਲਿਆ ਕਿ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹੋਏ ਹੈ, ਉਹਨਾਂ ਨੇ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ, ਬਚਨ ਸ਼ਰਵਣ ਕਰਨ ਦਾ ਮਨ ਬਣਾਇਆ। ਉਹ ਕਿੱਦਾਂ ਮਹਾਰਾਜ ਜੀ ਦੇ ਦਰਬਾਰ ਚ ਆਉਂਦੇ ਐ, ਕਿੱਦਾਂ ਮਹਾਰਾਜ ਜੀ ਨਾਲ ਬਚਨ ਹੁੰਦੇ ਐ, ਸੋ ਕੀ ਮਹਾਰਾਜ ਜੀ ਇਹਨਾਂ ਸਿੱਧਾਂ ਨੂੰ ਉਪਦੇਸ਼ ਬਖਸ਼ਦੇ ਐ। ਕੱਲ ਦੁਪਹਿਰ ਦੀ ਕਥਾ ਚ ਆਪਾਂ ਸ਼ਰਵਣ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਹੀ ਸਿੱਖੀ ਦੀ, ਪ੍ਰੇਮ ਦੀ, ਭਾਵਨਾ ਦੀ ਦਾਤ ਬਖਸ਼ਣ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈ। ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ। ਕਹਿ ਨਾਨਕ ਆਨੰਦ ਹੋਆ।